ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਅਗਰਾ ਦੀ ਲਿਖੀ ਹੋਈ ਵਾਰ ਹਕੀਕਤ ਰਾਏ ਦੇ ਪ੍ਰਸੰਗ ਮਾਤਾ ਕੌਰਾਂ ਅਤੇ ਹਕੀਕਤ ਰਾਏ ਦੇ ਭਾਗ 2 ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਸ ਕਵਿਤਾ ਵਿੱਚ ਹਕੀਕਤ ਰਾਏ ਆਪਣੀ ਮਾਤਾ ਨੂੰ ਜੋ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਉਸਦੀ ਮਾਂ ਸੂਬੇ ਦੇ ਕਹਿਣ 'ਤੇ ਮਾਤਾ ਕੌਰਾਂ ਹਕੀਕਤ ਰਾਏ ਨੂੰ ਧਰਮ ਬਦਲਣ ਦੇ ਲਈ ਪ੍ਰੇਰਿਤ ਕਰ ਰਹੀ ਹੈ, ਤਾਂ ਉਸ ਵਕਤ ਬਾਲ ਹਕੀਕਤ ਰਾਏ ਆਪਣੀ ਬੁੱਧੀ ਸਦਕਾ, ਆਪਣੀ ਸੋਚ ਸਦਕਾ, ਆਪਣੀ ਸਮਝ ਸਦਕਾ ਜੋ ਹੈ ਆਪਣੀ ਮਾਂ ਨੂੰ ਸਮਝਾਉਂਦਿਆਂ ਹੋਇਆਂ ਕਹਿ ਰਿਹਾ ਹੈ, ਹਕੀਕਤ ਕਹਿੰਦਾ ਮਾਤਾ ਨੂੰ ਕਿਉਂ ਝੂਠੇ ਬੰਨੇ ਦਾਵੇ, ਕਿ ਹੇ ਮਾਂ ਤੂੰ ਮੇਰੇ ਉੱਤੇ ਇੰਨਾ ਝੂਠਾ ਦਾਵਾ ਕਿਉਂ ਕਰ ਰਹੀ ਹੈ, ਬਾਰ-ਬਾਰ ਮੈਨੂੰ ਮਜਬੂਰ ਕਿਉਂ ਕਰ ਰਹੀ ਹੈ, ਅਤੇ ਆਪਣਾ ਕਿਹਾ ਮੰਨਣ ਦੇ ਲਈ ਜੋ ਹੈ ਬਾਰ-ਬਾਰ ਕਿਉਂ ਮਜਬੂਰ ਕਰ ਰਹੀ ਹੈ। ਮਾਤਾ ਸਭ ਕੁਛ ਦੁਨੀਆ ਦਾ ਸੁਪਨਾ ਹੀ, ਜਿਉਂ ਜਾਗੇ ਤੇ ਪਛਤਾਵੇ, ਕਿਉਂਕਿ ਇਹ ਜੋ ਦੁਨੀਆ ਹੈ ਹੇ ਮਾਂ, ਇਹ ਦੁਨੀਆ ਇੱਕ ਸੁਪਨੇ ਦੀ ਨਿਆਈ ਹੈ। ਜਿਸ ਤਰ੍ਹਾਂ ਜਦੋਂ ਮਨੁੱਖ ਨੀਂਦ ਦੇ ਵਿੱਚ ਸੁਪਨਾ ਲੈਂਦਾ ਹੈ, ਅਤੇ ਜਦੋਂ ਨੀਂਦ ਖੁੱਲ੍ਹਦੀ ਹੈ ਅਤੇ ਸੁਪਨਾ ਟੁੱਟ ਜਾਂਦਾ ਹੈ, ਤਾਂ ਫਿਰ ਉਹ ਹੱਕਾ ਬੱਕਾ ਰਹਿ ਜਾਂਦਾ ਹੈ, ਆਪਣੇ ਉਸ ਸੁਪਨੇ 'ਤੇ ਪਛਤਾਉਂਦਾ ਵੀ ਹੈ। ਠੀਕ ਇਸੇ ਤਰ੍ਹਾਂ ਜਦੋਂ ਮਨੁੱਖ ਦੀ ਜਾਗ ਖੁੱਲ੍ਹਦੀ ਹੈ, ਭਾਵ ਜਦੋਂ ਉਸਨੂੰ ਗਿਆਨ ਹੁੰਦਾ ਹੈ, ਉਸ ਦੇ ਵਿੱਚ ਜਾਗਰੂਕਤਾ ਆ ਜਾਂਦੀ ਹੈ, ਅਤੇ ਫਿਰ ਮਨੁੱਖ ਜੋ ਹੈ ਆਪਣੇ ਹੀ ਕੀਤੇ ਕਰਮਾਂ 'ਤੇ ਪਛਤਾਉਂਦਾ ਹੈ। ਇਸ ਲਈ ਹਕੀਕਤ ਰਾਏ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਹੇ ਮਾਂ, ਮਾਤਾ ਸਭ ਕੁਝ ਦੁਨੀਆ ਦਾ ਸੁਪਨਾ ਹੀ, ਜਿਉਂ ਜਾਗੇ ਤੇ ਪਛਤਾਵੇ। ਜਿਵੇਂ ਜਾਗ ਖੁੱਲ੍ਹਣ 'ਤੇ ਮਨੁੱਖ ਪਛਤਾਉਂਦਾ ਹੈ, ਠੀਕ ਇਸੇ ਤਰ੍ਹਾਂ ਇਸ ਮਨੁੱਖਾ ਜੀਵਨ ਦੇ ਹੱਥੋਂ ਚਲੇ ਜਾਣ ਤੋਂ ਬਾਅਦ ਜੋ ਹੈ ਸੋਝੀ ਆਉਂਦੀ ਹੈ, ਉਸ ਸੋਝੀ ਦਾ ਕੋਈ ਫਾਇਦਾ ਨਹੀਂ ਹੈ। ਕਈ ਜੂਨ ਭੋਗ ਕੇ ਜਨਮ ਲਿਆ, ਫਿਰ ਧਰਮ ਇਹ ਹੱਥ ਨਾ ਆਵੇ, ਕਿਉਂਕਿ ਬੜੀਆਂ ਹੀ ਜੂਨਾਂ ਤੋਂ 84 ਲੱਖ ਜੂਨੀਆਂ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਇਹ ਮਨੁੱਖੀ ਜਾਮਾ ਪ੍ਰਾਪਤ ਹੁੰਦਾ ਹੈ। ਇਸ ਲਈ ਇਹ ਜੋ ਮਨੁੱਖਾ ਦੇਹ ਹੈ, ਜਾਂ ਇਹ ਜੋ ਜਨਮ ਹੈ, ਮਨੁੱਖ ਕਿਉਂਕਿ ਸਰਵ ਸ੍ਰੇਸ਼ਟ ਪ੍ਰਾਣੀ ਹੈ, ਸੰਸਾਰ ਦੇ ਸਭ ਜੀਵਾਂ ਨਾਲੋਂ ਸ੍ਰੇਸ਼ਟ ਕਿਉਂ ਹੈ, ਕਿਉਂਕਿ ਇਸ ਦੇ ਵਿੱਚ ਸੋਚਣ ਸਮਝਣ ਦੀ ਸ਼ਕਤੀ ਹੈ। ਇਸ ਲਈ ਕਵੀ ਕਹਿ ਰਿਹਾ ਹੈ ਕਿ ਫਿਰ ਧਰਮ ਇਹ ਹੱਥ ਨਾ ਆਵੇ। ਇਸ ਲਈ ਮਨੁੱਖੀ ਜੀਵਨ ਦੇ ਵਿੱਚ ਹੀ ਮਨੁੱਖ ਨੂੰ ਆਪਣਾ ਧਰਮ ਭਾਵ ਬਾਹਰੀ ਧਰਮ ਨਹੀਂ, ਯਾਨੀ ਕਿ ਮਨ ਦਾ ਧਰਮ, ਜੋ ਮਨੁੱਖ ਹੋਣ ਦਾ ਧਰਮ ਹੈ, ਮਾਨਵਤਾ ਦਾ ਧਰਮ ਜੋ ਹੈ, ਇਸੇ ਜਾਮੇ ਦੇ ਵਿੱਚ ਹੀ, ਇਸੇ ਦੇਹ ਦੇ ਵਿੱਚ ਹੀ ਉਹ ਨਿਭਾ ਸਕਦਾ ਹੈ। ਉਸ ਦਾ ਪਾਲਣ ਪੋਸ਼ਣ, ਉਸ ਦਾ ਪਾਲਣ ਆਪਣੇ ਅਸੂਲਾਂ ਦਾ, ਨਿਯਮਾਂ ਦਾ ਕਰ ਸਕਦਾ ਹੈ। ਕਿਸ ਜਨਮ ਦੇ ਵਿੱਚ? ਸਿਰਫ ਮਨੁੱਖਾ ਜਨਮ ਦੇ ਵਿੱਚ, ਕਿਉਂਕਿ ਮਨੁੱਖ ਦੇ ਕੋਲ ਵਿਵੇਕ ਹੈ, ਬੁੱਧੀ ਹੈ, ਸੋਚਣ ਸਮਝਣ ਦੀ ਸ਼ਕਤੀ ਹੈ। ਇਸ ਲਈ ਉਸ ਨੂੰ ਆਪਣੇ ਮਨੁੱਖ ਹੋਣ ਦੇ ਧਰਮ ਨੂੰ ਨਿਭਾਉਣਾ ਚਾਹੀਦਾ ਹੈ। ਮਾਤਾ ਧਰਮ ਰਾਏ ਜਬ ਲੇਖਾ ਮੰਗੇ, ਉੱਥੇ ਕੌਣ ਛੁਡਾਵੇ, ਕਿਉਂਕਿ ਧਰਮ ਰਾਏ ਨੇ ਜਬ ਅੰਤਿਮ ਵੇਲੇ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਮੰਗਿਆ, ਤਾਂ ਉੱਥੇ ਜੋ ਹੈ ਕੌਣ ਛੁਡਾਵੇਗਾ, ਭਾਵ ਇੱਥੇ ਸੂਬੇ ਦੀ ਕਚਹਿਰੀ ਦੇ ਵਿੱਚ ਜਾਂ ਸੂਬੇ ਦੀ ਕੈਦ ਦੇ ਵਿੱਚੋਂ ਤੋਂ ਹੇ ਮਾਂ ਛੁਡਾਉਣ ਵਾਸਤੇ ਤੂੰ ਹਾਜ਼ਰ ਹੋ ਗਈ ਹੈ, ਪਰ ਜਦੋਂ ਮੈਨੂੰ ਆਪਣੇ ਜੀਵਨ ਦੇ ਵਿੱਚ ਕੀਤੇ ਗਏ ਕੰਮਾਂ ਦਾ ਜੋ ਆਤਮ ਅਵਲੋਕਨ ਕਰਾਂਗਾ, ਜਦੋਂ ਮੈਂ ਆਤਮ ਜੋ ਹੈ ਸੋਝੀ ਹੋਣ ਤੋਂ ਬਾਅਦ ਜਾਂ ਆਤਮ ਚਿੰਤਨ ਜਦੋਂ ਮੈਂ ਕਰਾਂਗਾ, ਅਤੇ ਮੇਰੀ ਆਤਮਾ ਜਦੋਂ ਮੈਨੂੰ ਧਿਕਾਰੇਗੀ ਕਿ ਜੋ ਵਕਤ ਦਾ ਸਦਉਪਯੋਗ ਕਰਨਾ ਚਾਹੀਦਾ ਸੀ, ਜੋ ਸਹੀ ਵਕਤ 'ਤੇ ਸਹੀ ਫੈਸਲਾ ਲੈਣਾ ਚਾਹੀਦਾ ਸੀ, ਜੇ ਮੈਂ ਉਹ ਅੱਜ ਨਾ ਲਵਾਂਗਾ, ਅਤੇ ਮੈਂ ਆਪਣੀ ਆਤਮਾ ਦੇ ਸਾਹਮਣੇ ਹੀ ਸ਼ਰਮਿੰਦਾ ਹੋਵਾਂਗਾ। ਉੱਥੋਂ ਜੋ ਹੈ ਮੈਨੂੰ ਕੌਣ ਛੁਡਾਵੇਗਾ, ਭਾਵ ਮਨੁੱਖ ਜੋ ਹੈ ਦੁਨੀਆ ਤੋਂ ਬਚ ਸਕਦਾ ਹੈ, ਪਰ ਆਪਣੇ ਅੰਤਰ ਆਤਮਾ ਤੋਂ ਕਦੇ ਵੀ ਬਚ ਨਹੀਂ ਸਕਦਾ। ਅੰਤਰ ਆਤਮਾ ਦਾ ਜੋ ਅਪਰਾਧੀ ਮਨੁੱਖ ਹੈ, ਉਹ ਕਦੇ ਵੀ ਚੈਨ ਨਾਲ ਨਹੀਂ ਰਹਿ ਸਕਦਾ। ਇਸ ਲਈ ਹਕੀਕਤ ਰਾਏ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਦੂਜੀ ਵਾਰੀ ਮਾਤਾ ਨੇ ਫਿਰ ਗਲ ਵਿੱਚ ਪੱਲਾ ਪਾਇਆ। ਹਕੀਕਤ ਰਾਏ ਦੇ ਕਹਿਣ ਤੋਂ ਬਾਅਦ ਜਾਂ ਨਾ ਕਰਨ ਤੋਂ ਬਾਅਦ, ਧਰਮ ਬਦਲਣ ਤੋਂ ਮਨਾਹੀ ਕਰਨ ਤੋਂ ਬਾਅਦ, ਫਿਰ ਦੂਜੀ ਵਾਰੀ ਹਕੀਕਤ ਰਾਏ ਦੀ ਮਾਂ ਮਾਤਾ ਕੌਰਾਂ ਜੋ ਹੈ ਗਲ ਵਿੱਚ ਪੱਲਾ ਪਾਉਣਾ, ਭਾਵ ਬੜੀ ਬੇਨਤੀ ਦੇ ਵਿੱਚ ਝੁਕ ਕੇ, ਵਿਨਮਰ ਹੋ ਕੇ ਫਰਿਆਦ ਕਰਨਾ, ਉਸ ਨੂੰ ਫਿਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹਕੀਕਤ ਰਾਏ ਜੋ ਹੈ ਮਾਂ ਦੀ ਕਿਸੇ ਵੀ ਗੱਲ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ ਹੈ। ਮੱਥਾ ਪਿੱਟ ਪਿੱਟ ਨੀਲਾ ਕੀਤਾ, ਅੱਖੀਂ ਨੀਰ ਚਲਾਇਆ।
ਉਹ ਜੋ ਹੈ ਬਹੁਤ ਰੋ ਰਹੀ ਹੈ, ਕਲਪ ਰਹੀ ਹੈ, ਕੁਰਲਾ ਰਹੀ ਹੈ। ਇਹ ਅੱਖਾਂ ਦੇ ਵਿੱਚੋਂ ਨੀਰ ਵਹਿ ਵਹਿ ਕੇ ਜੋ ਹੈ ਡਿੱਗ ਰਿਹਾ ਹੈ। ਵਿੱਚ ਕਚਹਿਰੀ ਹੋਏ ਬਾਵਰੀ ਉੱਚਾ ਕੂਕ ਸੁਣਾਇਆ। ਸੂਬੇ ਦੀ ਕਚਹਿਰੀ ਦੇ ਵਿੱਚ ਉਹ ਬਾਵਰੀ ਭਾਵ ਕਮਲਿਆਂ ਵਾਂਗ ਉੱਚੀ ਉੱਚੀ ਕੂਕ ਰਹੀ ਹੈ, ਕੁਰਲਾ ਰਹੀ ਹੈ। ਲੋਕਾਂ ਨੂੰ ਕਹਿ ਰਹੀ ਹੈ ਕਿ ਕੋਈ ਮੇਰੇ ਸੁਪੁੱਤਰ ਨੂੰ ਸਮਝਾਵੇ, ਕਿਉਂਕਿ ਉਸਨੂੰ ਪਤਾ ਹੈ ਕਿ ਜੇਕਰ ਹਕੀਕਤ ਰਾਏ ਨੇ ਸੂਬੇ ਦਾ ਕਹਿਣਾ ਨਾ ਮੰਨਿਆ ਤਾਂ ਉਸਨੂੰ ਜੋ ਹੈ ਬਹੁਤ ਭਾਰੀ ਦੰਡ ਦਿੱਤਾ ਜਾਏਗਾ, ਸਜ਼ਾਏ ਮੌਤ ਹੋਵੇਗੀ। ਔਰ ਮਾਂ ਦਾ ਜੋ ਹਿਰਦਾ ਹੈ ਉਹ ਕਦੇ ਵੀ ਇਸ ਗੱਲ ਦੇ ਲਈ ਤਿਆਰ ਨਹੀਂ ਹੋ ਸਕਦਾ, ਭਾਵੇਂ ਧਰਮ ਜਾਂ ਜੋ ਸੱਚਾਈ ਇੱਕ ਪਾਸੇ ਰਹਿ ਜਾਏ। ਮਾਂ ਜੋ ਹੈ ਆਪਣੇ ਪੁੱਤਰ ਨੂੰ ਕਦੇ ਵੀ ਆਪਣੀਆਂ ਅੱਖਾਂ ਦੇ ਸਾਹਮਣੇ ਕਿਸੇ ਵੀ ਅਵਸਥਾ ਦੇ ਵਿੱਚ ਦੁਖੀ ਹੋਣਾ ਸਵੀਕਾਰ ਨਹੀਂ ਕਰ ਸਕਦੀ। ਵੇ ਲੋਕਾ ਮੈਂ ਦੁੱਖੀ ਪਿੱਪਲ ਪਾਲਿਆ ਸੀ, ਚੁਲੀਏ ਸੀ ਪਾਣੀ ਪਾਇਆ। ਫਿਰ ਮਾਤਾ ਕੌਰਾਂ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਵੀ ਸੰਬੋਧਿਤ ਹੋ ਰਹੀ ਹੈ। ਹਕੀਕਤ ਰਾਏ ਨੂੰ ਭਾਵ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਹਕੀਕਤ ਰਾਏ ਨੂੰ ਸਮਝਾ ਰਹੀ ਹੈ ਜਾਂ ਸੁਣਾ ਰਹੀ ਹੈ। ਮੈਂ ਦੁੱਖੀ ਪਿੱਪਲ ਪਾਲਿਆ ਸੀ, ਚੁਲੀਏ ਸੀ ਪਾਣੀ ਪਾਇਆ। ਭਾਵ ਜਿਸ ਤਰ੍ਹਾਂ ਜੋ ਪਿੱਪਲ ਦਾ ਰੁੱਖ ਹੁੰਦਾ ਹੈ ਉਹ ਬਹੁਤ ਜ਼ਿਆਦਾ ਸਾਂਭ ਸੰਭਾਲ ਦੀ ਮੰਗ ਕਰਦਾ ਹੈ। ਉਸ ਨੂੰ ਜੋ ਇੱਕ ਵਿਸ਼ਾਲ ਦਰਖਤ ਹੁੰਦਾ ਹੈ, ਜਦੋਂ ਉਸ ਨੂੰ ਲਾਇਆ ਜਾਂਦਾ ਹੈ ਉਸ ਵੇਲੇ ਵੀ ਉਸ ਨੂੰ ਹਰ ਤਰ੍ਹਾਂ ਦਾ ਜੋ ਹੈ ਪਾਲਣ ਪੋਸ਼ਣ ਕਰਨ ਦੇ ਲਈ ਖਾਸ ਸੰਭਾਲ ਦੀ ਲੋੜ ਹੁੰਦੀ ਹੈ। ਪਾਣੀ ਵੀ ਜ਼ਰੂਰਤ ਤੋਂ ਜ਼ਿਆਦਾ ਉਹ ਪੀਂਦਾ ਹੈ ਪਣਪਣ ਦੇ ਲਈ। ਔਰ ਮਾਤਾ ਕੌਰਾਂ ਇਸੇ ਲਈ ਕਹਿ ਰਹੀ ਹੈ ਕਿ ਮੈਂ ਇਹ ਪੁੱਤਰ ਰੂਪੀ ਪਿੱਪਲ ਜੋ ਹੈ, ਜਿਸ ਤਰ੍ਹਾਂ ਪਿੱਪਲ ਦਾ ਰੁੱਖ ਜੋ ਹੈ ਉਸ ਨੂੰ ਪਾਲਣਾ ਅਤੇ ਵੱਡਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ, ਠੀਕ ਇਸੇ ਤਰ੍ਹਾਂ ਜੋ ਬੱਚੇ ਹਨ ਜਾਂ ਔਲਾਦ ਹੈ ਉਸ ਨੂੰ ਪਾਲ ਪੋਸ ਕੇ ਵੱਡਿਆਂ ਕਰਨਾ ਮਾਪਿਆਂ ਲਈ ਬੜਾ ਮੁਸ਼ਕਿਲ ਭਰਿਆ ਕੰਮ ਹੁੰਦਾ ਹੈ। ਇਸ ਲਈ ਮਾਤਾ ਕੌਰਾਂ ਕਹਿ ਰਹੀ ਕਿ ਮੈਂ ਬੜੇ ਦੁੱਖਾਂ ਦੇ ਨਾਲ, ਬੜੀਆਂ ਮੁਸੀਬਤਾਂ ਦੇ ਨਾਲ ਇਸ ਪੁੱਤਰ ਰੂਪੀ ਪਿੱਪਲ ਨੂੰ ਪਾਲਿਆ ਸੀ। ਚੁਲੀਏ ਸੀ ਪਾਣੀ ਪਾਇਆ, ਭਾਵ ਜਿਵੇਂ ਕਿਸੇ ਪਿੱਪਲ ਦੇ ਰੁੱਖ ਨੂੰ ਲਾ ਕੇ ਉਸ ਨੂੰ ਚੁਲੀਆਂ ਦੇ ਨਾਲ ਥੋੜ੍ਹਾ ਥੋੜ੍ਹਾ ਬੁੱਕਾਂ ਦੇ ਨਾਲ ਪਾਣੀ ਭਰ ਭਰ ਕੇ ਉਸ ਦੀ ਪਰਵਰਿਸ਼ ਕੀਤੀ ਜਾਵੇ। ਭਾਵ ਉਸ ਇਨਸਾਨ ਨੇ ਕਿੰਨੇ ਕਸ਼ਟ ਸਹਿਣ ਕੀਤੇ ਹੋਣਗੇ ਇਸ ਵੱਡੇ ਰੁੱਖ ਨੂੰ ਜੋ ਹੈ ਆਕਾਰ ਦੇਣ ਦੇ ਲਈ। ਸੋ ਹਕੀਕਤ ਰਾਏ ਦੀ ਮਾਂ ਕੌਰਾਂ ਜੋ ਹੈ ਇੱਕ ਤਰ੍ਹਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੁੱਤ ਰੂਪੀ ਰੁੱਖ ਜੋ ਹੈ ਇਸ ਨੂੰ ਪਾਲਣਾ ਬਹੁਤ ਮੁਸ਼ਕਿਲ ਹੈ, ਪਰ ਉਸ ਨੂੰ ਆਪਣੇ ਅੱਖਾਂ ਦੇ ਸਾਹਮਣੇ ਉਸ ਦਾ ਘਾਣ ਹੋਣਾ ਵੇਖਣਾ ਉਸ ਤੋਂ ਵੀ ਮੁਸ਼ਕਿਲ ਹੈ। ਹਕੀਕਤ ਕਹਿੰਦਾ ਮਾਤਾ ਨੂੰ ਤੂੰ ਨਾ ਰੋ ਜਗਤ ਦੀਵਾਨੀ। ਫਿਰ ਹਕੀਕਤ ਰਾਏ ਆਪਣੀ ਮਾਤਾ ਨੂੰ ਕਹਿ ਰਿਹਾ ਕਿ ਹੇ ਮਾਂ, ਤੂੰ ਕਿਉਂ ਇਹਨਾਂ ਦੀਵਾਨਿਆਂ ਵਾਂਗ, ਕਮਲਿਆਂ ਵਾਂਗ ਇਸ ਦੀਨ ਦੁਨੀਆ ਦੇ ਪਿੱਛੇ ਲੱਗੀ ਹੋਈ ਹੈ। ਇਹ ਮਾਤਾ ਕਿਸੇ ਦਾ ਪਿਤਾ ਨਹੀਂ, ਨਾ ਪੁੱਤਰ ਜਗਤ ਨਿਸ਼ਾਨੀ। ਉਹ ਸਮਝ ਰਿਹਾ ਹੈ ਕਿ ਮਾਂ ਦਾ ਦਿਲ ਜੋ ਹੈ ਉਹ ਇੰਨਾ ਦ੍ਰਵਿਤ ਹੋ ਰਿਹਾ ਹੈ ਕਿ ਉਹ ਆਪਣੇ ਪੁੱਤਰ ਦੀ ਮੌਤ ਬਾਰੇ ਸੋਚ ਕੇ ਹੀ ਬੜੀ ਵਿਆਕੁਲ ਹੁੰਦੀ ਜਾ ਰਹੀ ਹੈ। ਇਸ ਲਈ ਉਹ ਕਹਿ ਰਹੀ ਕਿ ਤੂੰ ਇਹਨਾਂ ਦੁਨੀਆਦਾਰੀ ਦੇ ਪਿੱਛੇ ਨਾ ਲੱਗ, ਕਿਉਂਕਿ ਇਹ ਮਾਤਾ ਪਿਤਾ ਜੋ ਹੈ, ਭਾਵ ਇਹ ਸਾਰਾ ਸੰਸਾਰ ਨਾਸ਼ਵਾਨ ਹੈ। ਇਹ ਪੁੱਤਰ ਕੋਈ ਇਸ ਸੰਸਾਰ ਦੇ ਉੱਤੇ ਸਦਾ ਲਈ ਜੋ ਹੈ ਨਿਸ਼ਾਨੀ ਜਾਂ ਨਾਮ ਰਹਿਣ ਦਾ ਇੱਕ ਕਾਰਨ ਨਹੀਂ ਹੈ। ਭਾਵ ਹਕੀਕਤ ਰਾਏ ਕਹਿ ਰਿਹਾ ਹੈ, ਆਪਣੀ ਮਾਂ ਨੂੰ ਸਮਝਾ ਰਿਹਾ ਹੈ ਕਿ ਮਨੁੱਖ ਦਾ ਅੰਸ਼ ਜਾਂ ਵੰਸ਼ ਜੋ ਹੈ ਦੁਨੀਆ ਦੇ ਉੱਤੇ ਪੁੱਤਰਾਂ ਨਾਲ ਨਹੀਂ, ਸਗੋਂ ਉਹਨਾਂ ਦੇ ਸ਼ੁਭ ਕਰਮਾਂ ਦੇ ਨਾਲ ਚੱਲਣਾ ਹੈ। ਇਹ ਰਾਤ ਰਹਿਣ ਨੂੰ ਆਇਆ ਸੀ, ਫਿਰ ਹੋ ਬੈਠਾ ਅਭਿਮਾਨੀ। ਸਮਝਾ ਰਿਹਾ ਹੈ ਆਪਣੀ ਮਾਂ ਨੂੰ ਕਿ ਮਨੁੱਖ ਤਾਂ ਜੋ ਹੈ ਇਸ ਸੰਸਾਰ ਦੇ ਉੱਤੇ ਜੋ ਹੈ ਕੁਝ ਦਿਨਾਂ ਦਾ ਮਹਿਮਾਨ ਬਣ ਕੇ ਆਉਂਦਾ ਹੈ, ਪਰ ਇੰਨਾ ਅਭਿਮਾਨੀ ਹੋ ਜਾਂਦਾ ਹੈ। ਕਿਉਂ ਅਭਿਮਾਨੀ ਹੋ ਜਾਂਦਾ ਹੈ? ਕਿਉਂਕਿ ਉਸ ਨੂੰ ਜੋ ਦੁਨਿਆਵੀ ਸੁੱਖ ਸੁਵਿਧਾ ਜਾਂ ਦੌਲਤ ਪ੍ਰਾਪਤ ਹੁੰਦੀ ਹੈ ਉਹ ਉਸ ਦੇ ਦਿਮਾਗ ਉੱਤੇ ਇੰਨਾ ਹਾਵੀ ਹੋ ਜਾਂਦਾ ਹੈ ਕਿ ਮਨੁੱਖ ਦੀ ਸੋਚਣ ਸਮਝਣ ਦੀ ਜੋ ਸ਼ਕਤੀ ਹੈ ਉਸ ਨੂੰ ਖਤਮ ਕਰ ਦਿੰਦਾ ਹੈ ਹੰਕਾਰ ਜਾਂ ਅਭਿਮਾਨ। ਇਸ ਲਈ ਉਹ ਮਨੁੱਖ ਜ਼ਿੰਦਗੀ ਦੀ ਵਾਸਤਵਿਕਤਾ ਨੂੰ ਭੁੱਲ ਜਾਂਦਾ ਹੈ ਕਿ ਅਸਲ ਦੇ ਵਿੱਚ ਜਨਮ ਅਤੇ ਮਰਨ ਜੋ ਹੈ ਉਹ ਤੇ ਉਸ ਦਾ ਕੋਈ ਵਸ ਨਹੀਂ ਹੈ, ਕੰਟਰੋਲ ਨਹੀਂ ਹੈ। ਇਸ ਦੇ ਬਾਵਜੂਦ ਵੀ ਮਨੁੱਖ ਜੋ ਹੈ ਸਾਰੇ ਸੰਸਾਰ ਦੇ ਉੱਤੇ ਕਾਬਜ਼ ਹੋਣ ਦੇ ਸੁਪਨੇ ਲੈਂਦਾ ਹੈ ਔਰ ਚਿਰ ਸਥਾਈ ਹੋਣ ਦੇ, ਅਮਰ ਹੋਣ ਦੇ ਖੁਆਬ ਬੁਣਦਾ ਹੈ। ਮਾਤਾ ਮਰਨ ਪੁੱਤਰ ਤੇ ਜੀਵਨ ਮਾਪੇ ਕਲਯੁਗ ਵਰਤਿਆ ਜਾਣੀ। ਫਿਰ ਹਕੀਕਤ ਰਾਏ ਕਹਿ ਰਿਹਾ ਕਿ ਹੇ ਮਾਂ,
ਇਹ ਕਲਯੁਗ ਦੀ ਨਿਸ਼ਾਨੀ ਹੈ। ਭਾਵ ਇੰਨਾ ਬੁਰਾ ਵਕਤ ਆ ਗਿਆ ਹੈ ਕਿ ਮਾਪਿਆਂ ਦੇ ਸਾਹਮਣੇ ਪੁੱਤਰਾਂ ਨੂੰ ਕੌਣ ਦੀਆਂ ਗੱਲਾਂ ਹੋ ਰਹੀਆਂ ਹਨ, ਜਾਂ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਜਦੋਂ ਉਹਨਾਂ ਦੇ ਪੁੱਤਰ ਜਿਹੜੇ ਹਨ, ਉਹਨਾਂ ਦੀ ਔਲਾਦ ਜੋ ਹੈ ਇੰਨੇ ਦੁੱਖ ਜਾਂ ਤਸੀਹੇ ਉਸ ਨੂੰ ਦਿੱਤੇ ਜਾਣਗੇ, ਤਾਂ ਇਹ ਕਲਯੁਗ ਦੀ ਨਿਸ਼ਾਨੀ ਹੈ। ਭਾਵ ਕਿਸੇ ਵੀ ਸਮਾਜ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਅਜਿਹੀ ਸੋਚ ਬਣਦੀ ਹੈ ਜਦੋਂ ਉਹ ਦੂਸਰਿਆਂ ਦੇ ਪ੍ਰਤੀ ਇੰਨਾ ਜੋ ਇੱਕ ਤਰ੍ਹਾਂ ਦੇ ਨਾਲ ਬਦੀ ਵਾਲਾ ਨਜ਼ਰੀਆ ਧਾਰਨ ਕਰ ਲੈਂਦਾ ਹੈ। ਮਾਤਾ ਕੌਰਾਂ ਰੁਦਨ ਜੋ ਕੀਤਾ ਮਾਰਿਆ, ਆਹ ਦਾ ਨਾਰਾ। ਮਾਤਾ ਕੌਰਾਂ ਜੋ ਹੈ ਰੋ ਰਹੀ ਹੈ, ਕੁਰਲਾ ਰਹੀ ਹੈ, ਫਿਰ ਉਸ ਦੀ ਜੋ ਬਿਰਤੀ ਹੈ ਉੱਥੇ ਹੀ ਲੱਗੀ ਹੋਈ ਹੈ। ਕਿਸ ਗੱਲ 'ਤੇ ਕਿ ਇੱਕ ਕਿਸੇ ਨਾ ਕਿਸੇ ਹੀਲੇ ਉਹ ਹਕੀਕਤ ਰਾਏ ਨੂੰ ਧਰਮ ਬਦਲਣ ਦੇ ਲਈ ਤਿਆਰ ਕਰ ਲਵੇ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਜੇਕਰ ਹਕੀਕਤ ਰਾਏ ਆਪਣਾ ਧਰਮ ਬਦਲ ਲਵੇਗਾ ਤਾਂ ਹੀ ਉਹ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਜਿਉਂਦਾ ਵੇਖ ਸਕਦੀ ਹੈ। ਨਹੀਂ ਤਾਂ ਉਸ ਨੂੰ ਪਤਾ ਹੈ ਕਿ ਮੁਗਲ ਸਲਤਨਤ ਜੋ ਹੈ ਬੜੀ ਕਰੂਰ ਹੈ, ਇਸ ਮਾਮਲੇ ਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਉਹਨਾਂ ਨੇ ਹਕੀਕਤ ਰਾਏ ਦੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਕਰਨ ਤੋਂ ਗੁਰੇਜ਼ ਨਹੀਂ ਕਰਨਾ। ਇਸ ਲਈ ਫਿਰ ਉਹ ਅੰਤਿਮ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਹਾ ਦਾ ਨਾਰਾ ਮਾਰ ਰਹੀ ਹੈ, ਹੌਕੇ ਭਰ ਰਹੀ ਹੈ, ਹਕੀਕਤ ਰਾਏ ਨੂੰ ਸਮਝਾ ਰਹੀ ਹੈ ਕਿ ਬੱਚਾ ਕੱਲ੍ਹ ਜੋ ਕਹਿਆ ਸੂਬੇ ਨੇ ਤੂੰ ਮੰਨੀ ਬਚਨ ਹਮਾਰਾ, ਕਿ ਹੇ ਬੇਟਾ ਬੱਚਾ ਜੋ ਤੈਨੂੰ ਕੱਲ੍ਹ ਕਚਹਿਰੀ ਦੇ ਵਿੱਚ ਸੂਬਾ ਆਦੇਸ਼ ਦੇਵੇਗਾ ਉਸ ਆਦੇਸ਼ ਦਾ ਪਾਲਨ ਕਰੀ, ਸਿਰਫ ਇਹ ਸਮਝ ਕੇ ਕਿ ਤੇਰੀ ਮਾਂ ਦਾ ਬਚਨ ਹੈ, ਤੂੰ ਮਾਂ ਦੇ ਕੀਤੇ ਕਹੇ ਨੂੰ ਸਵੀਕਾਰ ਕਰ ਰਿਹਾ ਹੈ। ਕਰੋ ਅਸਵਾਰੀ ਫੀਲ ਪਾਲ ਕੀ ਅੱਗੇ ਭੱਟ ਪੁਕਾਰਾ। ਫਿਰ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਗੱਲਾਂ ਦੇ ਵਿੱਚ ਜੋ ਹੈ ਉਲਝਾ ਕੇ ਆਪਣਾ ਬਚਨ ਮੰਨਣ ਦੇ ਲਈ ਤਿਆਰ ਕਰਦਿਆਂ ਹੋਇਆਂ ਕਹਿ ਰਹੀ ਹੈ ਕਿ ਕਰੋ ਅਸਵਾਰੀ ਫੀਲ ਭਾਲ ਕੀ। ਭਾਵ ਜੇਕਰ ਤੂੰ ਹਿੰਦੂ ਤੋਂ ਮੁਸਲਮਾਨ ਬਣ ਜਾਵੇਂਗਾ ਤਾਂ ਮੁਗਲ ਸਲਤਨਤ ਜੋ ਹੈ ਤੈਨੂੰ ਬਹੁਤ ਸਾਰੀਆਂ ਜਾਗੀਰਾਂ ਦੇਵੇਗੀ, ਤੈਨੂੰ ਹਾਥੀ ਘੋੜਿਆਂ ਦੀਆਂ ਅਸਵਾਰੀਆਂ ਕਰਵਾਈਆਂ ਜਾਣਗੀਆਂ, ਅੱਗੇ ਭੱਟ ਪੁਕਾਰਾ। ਭਾਵ ਤੇਰਾ ਪੂਰੀ ਤਰ੍ਹਾਂ ਦੇ ਨਾਲ ਸਵਾਗਤ ਸਤਿਕਾਰ ਕੀਤਾ ਜਾਏਗਾ ਇਸਲਾਮ ਦੇ ਵਿੱਚ, ਔਰ ਭੱਟ ਭਾਵ ਮਰਾਸੀ ਤੇਰੇ ਸੋਹਲੇ ਗਾਉਣਗੇ, ਬੱਚਾ ਪਿੱਛੇ ਫੌਜਾਂ ਕਟਕ ਚੜਨਗੇ, ਛੁਤਰੀ ਵੱਜੇ ਨਗਾਰਾ। ਫਿਰ ਕਹਿ ਰਹੀ ਹੈ ਕਿ ਇਹ ਬੱਚਾ ਜੇਕਰ ਤੂੰ ਇਸ ਤਰ੍ਹਾਂ ਧਰਮ ਬਦਲ ਲਵੇਂਗਾ ਅਤੇ ਤੈਨੂੰ ਇੱਕ ਫੌਜਾਂ ਦੇ ਵਿੱਚ ਇੱਕ ਬਹੁਤ ਵੱਡਾ ਅਹੁਦਾ ਵੀ ਪ੍ਰਾਪਤ ਹੋ ਸਕਦਾ ਹੈ। ਭਾਵ ਤੂੰ ਫੌਜਾਂ ਦੇ ਉੱਤੇ ਹੁਕਮ ਕਰਨ ਦਾ ਤੈਨੂੰ ਹੱਕ ਪ੍ਰਾਪਤ ਹੋ ਜਾਏਗਾ। ਛੁਤਰੀ ਵਜੇ ਨਜ਼ਾਰਾ ਅਤੇ ਨਗਾਰਾ ਭਾਵ ਘੋੜਿਆਂ ਦੇ ਉੱਤੇ ਜੋ ਹੈ ਹਾਥੀਆਂ ਘੋੜਿਆਂ ਊਠਾਂ ਦੇ ਉੱਤੇ ਜੋ ਨਗਾਰੇ ਵਜਾਏ ਜਾਣਗੇ, ਡਗੇ ਵਜਾਏ ਜਾਣਗੇ, ਇਸਲਾਮ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਤੇਰਾ ਬਹੁਤ ਵੱਡਾ ਸਵਾਗਤ ਕੀਤਾ ਜਾਏਗਾ। ਹਕੀਕਤ ਕਹਿੰਦਾ ਮਾਤਾ ਨੂੰ ਪਰ ਤੈਨੂੰ ਮੱਤ ਨਾ ਕਾਈ। ਫਿਰ ਹਕੀਕਤ ਰਾਏ ਆਪਣੀ ਮਾਂ ਨੂੰ ਕਹਿੰਦਾ ਕਿ ਹੇ ਮਾਂ, ਕਿ ਪਤਾ ਨਹੀਂ ਤੈਨੂੰ ਇੰਨੀ ਸਮਝ ਕਿਉਂ ਨਹੀਂ ਹੈ ਕਿ ਜੋ ਗੱਲਾਂ ਤੂੰ ਕਹਿ ਰਹੀ ਹੈ ਇਹ ਗੱਲਾਂ ਕਹਿਣ ਵਾਲੀਆਂ ਨਹੀਂ ਹਨ, ਕਿਉਂਕਿ ਮੈਂ ਇਹਨਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ ਹਾਂ। ਮਾਤਾ ਕੂੜ ਨਗਾਰੇ ਫੀਲ ਫਾਲ ਕੀ ਸੰਗ ਨਾ ਕਿਸੇ ਜਾਈ। ਉਹ ਕਹਿ ਰਹੇ ਕਿ ਜਿੰਨਾ ਤੂੰ ਦੁਨਿਆਵੀ ਨਗਾੜਿਆਂ ਦੀ ਗੱਲ ਕਰ ਰਹੀ ਹੈ, ਦੁਨਿਆਵੀ ਜੋ ਰੋਬ ਦਾਬ ਦੀ ਜਾਂ ਇੱਕ ਤਰ੍ਹਾਂ ਦੇ ਖਾਸ ਭਾਵ ਜੋ ਇਸ ਸਾਰੇ ਸ਼ਾਨੋ ਸ਼ੌਕਤ ਦਾ ਜਿਸ ਢੰਗ ਦੇ ਨਾਲ ਤੂੰ ਮੈਨੂੰ ਲਾਲਚ ਦੇ ਰਹੀ ਹੈ ਕਿ ਮੈਨੂੰ ਹਾਥੀਆਂ ਘੋੜਿਆਂ ਦੀਆਂ ਦੇ ਉੱਪਰ ਪਾਲਕੀਆਂ ਸਜਾ ਕੇ ਉਸ 'ਤੇ ਜੋ ਹੈ ਬਿਠਾਇਆ ਜਾਏਗਾ, ਨਗਾੜੇ ਵੱਜਣਗੇ, ਮੇਰੀ ਉਸਤਤ ਦੇ ਵਿੱਚ ਸ਼ਲਾਘਾ ਦੇ ਵਿੱਚ ਗੀਤ ਗਾਏ ਜਾਣਗੇ, ਸੰਗ ਨਾ ਕਿਸੇ ਜਾਈ। ਕਿਉਂਕਿ ਇਹ ਜੋ ਦੁਨਿਆਵੀ ਸ਼ਾਨੋ ਸ਼ੌਕਤ ਹੈ ਇਹ ਮਨੁੱਖ ਦੇ ਨਾਲ ਨਹੀਂ ਜਾਣੀ। ਡਾਢੇ ਦੀ ਅਮਾਨ ਰੱਖੀ ਤੇ ਵਿੱਚ ਬਾਸਣ ਦੇ ਪਾਈ। ਭਾਵ ਡਾਢਾ ਯਾਨੀ ਕਿ ਉਹ ਅਦਿੱਖ ਸ਼ਕਤੀ ਜੋ ਹੈ ਇਹ ਉਸੇ ਦੀ ਅਮਾਨ ਭਾਵ ਅਮਾਨਤ ਹੈ। ਮਨੁੱਖ ਨੂੰ ਆਪਣੇ ਈਮਾਨ 'ਤੇ ਕਾਇਮ ਰਹਿਣਾ ਜ਼ਰੂਰੀ ਹੈ, ਨਾ ਕਿ ਦੁਨਿਆਵੀ ਲਾਲਚ ਦੇ ਵਿੱਚ ਆਉਣਾ। ਤੂੰ ਤਾਂ ਉਹ ਸਾਰਾ ਕੁਛ ਇੱਕ ਤਰ੍ਹਾਂ ਦੇ ਨਾਲ ਜਿਵੇਂ ਖੂਹ 'ਚ ਪਾ ਦੇਣ ਵਾਲੀ ਗੱਲ ਕਰ ਰਹੀ ਹੈ। ਮਾਤਾ ਭਾਂਡਾ ਆਪਣਾ ਸੰਭਾਲ ਕਿਉਂ ਰੱਖਣੀ ਹੈ ਵਸਤ ਪਰਾਈ। ਫਿਰ ਕਹਿ ਰਿਹਾ ਹਕੀਕਤ ਰਾਏ ਕਿ ਹੇ ਮਾਂ ਭਾਂਡਾ ਆਪਣਾ ਸੰਭਾਲ ਰੱਖ। ਭਾਵ ਇਹ ਮਨੁੱਖਾ ਦੇਹ ਰੂਪੀ ਭਾਂਡਾ ਜੋ ਹੈ ਹਰ ਮਨੁੱਖ ਦੀ ਆਪਣੀ ਦੇਹ ਹੈ। ਮਨੁੱਖ ਨੂੰ ਸਿਰਫ ਆਪਣੇ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ, ਆਪਣੇ ਆਪੇ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ, ਦੂਜਿਆਂ ਨੂੰ ਉਪਦੇਸ਼ ਦੇਣ ਦੇ ਨਾਲੋਂ।
ਕਿਉਂਕਿ ਦੂਜਿਆਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਦੀਪਕ ਥੱਲੇ ਹਨੇਰੇ ਵਾਲੀ ਗੱਲ ਹੋ ਜਾਂਦੀ ਹੈ ਕਿ ਅਸੀਂ ਦੂਜਿਆਂ ਨੂੰ ਉਪਦੇਸ਼ ਤਾਂ ਦਿੰਦੇ ਹਾਂ ਪਰ ਆਪ ਉਸ 'ਤੇ ਅਮਲ ਨਹੀਂ ਕਰਦੇ। ਸੋ ਹਕੀਕਤ ਰਾਏ ਕਹਿ ਰਿਹਾ ਹੈ ਕਿ ਹੇ ਮਾਂ, ਤੂੰ ਆਪਣੇ ਸਰੀਰ ਦੇ ਉੱਤੇ, ਆਪਣੀ ਸੋਚ, ਆਪਣੀ ਸਮਝ ਦੇ ਉੱਤੇ, ਆਪਣੀ ਬੁੱਧੀ ਉੱਤੇ ਜੋ ਹੈ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਸੰਭਾਲ ਕੇ ਰੱਖ, ਭਾਵ ਉਸ ਨੂੰ ਜੋ ਹੈ ਸਕਾਰਾਤਮਕ ਦਿਸ਼ਾ ਦੇ ਵਿੱਚ, ਹਾਂ ਪੱਖੀ ਦਿਸ਼ਾ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ। ਕਿਉਂ ਰੱਖਣੀ ਹੈ ਵਸਤ ਪਰਾਈ, ਭਾਵ ਤੂੰ ਮੇਰੇ ਉੱਤੇ ਇੰਨਾ ਹੱਕ ਨਾ ਜਮਾ, ਕਿਉਂਕਿ ਕਹਿੰਦੇ ਕਿ ਸਹੁੰ ਦਈਏ ਆਪਣੇ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਇਸ ਲਈ ਤੂੰ ਮੇਰੇ ਉੱਤੇ ਇੰਨਾ ਜੋ ਹੈ ਹੱਕ ਕਰਨ ਦੀ, ਕਾਬਜ਼ ਹੋਣ ਦੀ ਕੋਸ਼ਿਸ਼ ਨਾ ਕਰ, ਕਿਉਂਕਿ ਮੇਰੀ ਆਪਣੀ ਸੋਚ ਹੈ, ਮੇਰੀ ਆਪਣੀ ਸਮਝ ਹੈ। ਮੈਂ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਜੋ ਜਾਇਜ਼ ਕੰਮ ਹੈ ਉਹ ਕਰਨਾ ਹੈ। ਇਸ ਲਈ ਹਕੀਕਤ ਰਾਏ ਇੱਕ ਤਰ੍ਹਾਂ ਦੇ ਨਾਲ ਆਪਣੀ ਮਾਂ ਨੂੰ ਜੋ ਹੈ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤੂੰ ਪੁੱਤਰ ਮੋਹ ਦੇ ਵਿੱਚ ਆ ਕੇ ਮੈਨੂੰ ਕੋਈ ਗਲਤ ਕਦਮ ਚੁੱਕਣ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਨਾ ਕਰ। ਇਸ ਤਰ੍ਹਾਂ ਜੋ ਬਹੁਤ ਸਾਰੇ ਹੋਰ ਵੀ ਕਾਵਿ-ਬੰਧ ਰਹਿੰਦੇ ਹਨ, ਉਹਨਾਂ ਨੂੰ ਅਸੀਂ ਭਾਗ 3 ਦੇ ਵਿੱਚ ਲੈ ਕੇ ਉਹਨਾਂ ਦੀ ਚਰਚਾ ਕਰਾਂਗੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।